गुरशरण सिंह ने काफ़ी लंबा प्रश्न लिखिया है, पर जो इन्होंने हेठली पंक्ति च लिखिया है ना, गुर किरपा नाल नाम ते ज्ञान प्राप्त हुंदा है। ते मैं इन्हों कहना चाहुंदा हाँ भी तुसीं गुर किरपा नूं याद रखो बस। हर एक वास्ते अलहदा मार्ग हुंदा है। ते अलहदा ही तल है समझण दा। इस करके जवाब हर एक नूं अलहदा अलहदा दिता जाता है। कई बार किसी का सवाल हुंदा है होर ते जवाब इधरों कोई होर आ जाता है। वो इस कारण ही आता है कि उन्होंने इस जवाब की लोड़ है। जिवें जैसे दवाई तुहानूं चाहिदी है, दवा रोग मटाउण वास्ते, वो तो वैद नूं पता ही हुंदा है ना। आम सधारणत है वैद ते नबज देख के दवाई दिंदे हन, पर यह जिहड़े असली वैद हन सारे रोगां तो मुक्त करदे हन। वो मन नूं देख के दवाई दिंदे हन। ते तुहाडे वास्ते सारिਆਂ ਨੂੰ ਵਧੀਆ दवा है कि तुसी गुर किरपा नूं याद रखो। ते किरपा दे पात्र जिन्ने बनते गए उन्ने ही किरपा हुंदी रहेगी। दरअसल आम धार्मिक लोग उल्टी गल सोचते हैं। वो सोचते हैं भी गुरु किसी ते किरपा करता है, किसी ते नहीं करता है, किसी ते प्रसन्न हुंदा है, किसी ते अप्रसन्न हुंदा है। नहीं, गुरु वितकरा नहीं करता है, वो तो समदर्शी हो गया। नहीं, पात्र अलहदा अलहदा हुंदे हैं। हुण कई दिखते तो हैं बाहरों पात्र हैं, पर वो पात्र ही पुट्ठा रखिया होवे, जिवें घड़ा पुट्ठा रखिया होवे ते उत्ते मींह पैंदा रहे, उहदे विच थोड़ी ठहरदा। इदां कईयां दे पात्र पुट्ठे हुंदे हैं तो उन्हां दे किरपा दी जिहड़ी बारिश हुंदी है ना, वो विच ठहरदे नहीं है, क्योंकि उन्मुख नहीं हुंदे हैं, गुरमुख नहीं हुंदे, मनमुख। ते जिहड़ा गुरमुख हो जाता है वो पात्र हो जाता है। ते जिन्ना कोई पात्र हुंदा गया तो उन्होंने अपने आप ही ज्ञान हुंदा है, अपने आप ही सोझी आउंदी है। ते पात्र होण तो पहला हुंदी है भावना, शरधा, क्योंकि शरधा द्वारा ही पात्र हुंदा है ना, कोई भावना द्वारा। तो जिन्नी जदी भावना हुंदी है अंदरों, उन्ना ही वो कोले आ जाता है। जिवें तुसीं देखिया है ना, प्रेम करन वाले
ਦੂਰ ਵੀ ਹੋਣ ਭਾਵੇਂ ਤਾਂ ਵੀ ਕੋਲੇ ਆ ਜਾਂਦੇ ਆ। ਕੋਈ ਗੱਲ ਦੂਰੋਂ ਵੀ ਕਰਨ ਤਾਂ ਵੀ ਉਹ ਕੋਲੇ ਹੋ ਕੇ ਸੁਣ ਜਾਂਦੇ ਆ, ਸੁਣਦੇ ਹਨ ਕੰਨ ਲਾ ਕੇ। ਇੱਦਾਂ ਭਾਵਨਾ ਦੇ ਵਿੱਚ ਫਿਰ ਕੰਨ ਲਾ ਕੇ ਬੰਦਾ ਸੁਣਦਾ ਹੈ, ਪੂਰਾ ਪੂਰਾ ਧਿਆਨ ਲਾ ਕੇ, ਨੇੜੇ ਹੋ ਕੇ, ਕੋਲੇ ਬੈਠ ਕੇ। ਫਿਰ ਦੂਰੀ ਮਿਟ ਜਾਂਦੀ ਹੈ, ਭਾਵੇਂ ਤੁਸੀਂ ਦੂਰ ਵੀ ਹੋ, ਦੂਰੀ ਮਿਟ ਜਾਂਦੀ ਹੈ। ਫਿਰ ਦੂਰੀ ਉਦੋਂ ਹੀ ਹੁੰਦੀ ਜਦੋਂ ਨੈਗੇਟਿਵ ਭਾਵਨਾ ਹੁੰਦੀ। ਪੋਜ਼ੀਟਿਵ ਭਾਵਨਾ ਦੇ ਵਿੱਚ ਦੂਰੀ ਨਹੀਂ ਹੁੰਦੀ। ਤੇ ਦੂਰੀ ਮਿਟ ਗਈ ਤੇ ਤੁਸੀਂ ਸਿੱਧਾ ਸਿੱਧਾ ਹੀ ਗਿਆਨ ਲੈਣ ਲੱਗ ਪਏ। ਹੁਣ ਤੁਸੀਂ ਇਉਂ ਦੇਖੋ ਵੀ ਜਿਹੜੇ ਪੁਰਾਣੇ ਸਤਿਗੁਰਾਂ ਦੇ ਉਪਦੇਸ਼ ਪੜ੍ਹ ਕੇ ਗਿਆਨ ਲੈਂਦੇ ਹਨ, ਉਹਨਾਂ ਨੂੰ ਖੁਦ ਲੈਣਾ ਪੈਂਦਾ ਹੈ ਗਿਆਨ। ਵਿਚਾਰ ਵਿਚਾਰ ਕੇ, ਸਮਝ ਸਮਝ ਕੇ ਉਹ ਗਿਆਨ ਹਾਸਲ ਕਰਦੇ ਹਨ। ਪਰ ਉਸ ਗਿਆਨ ਦੇ ਨਾਲ ਮਨ ਮਰਦਾ ਨਹੀਂ ਹੈ, ਉਹਦੇ ਨਾਲ ਹਉਂ ਜਿਹੜੀ ਹੈ ਮਜ਼ਬੂਤ ਹੋ ਜਾਂਦੀ ਹੈ। ਕਿਉਂਕਿ ਗਿਆਨ ਦੇ ਨਾਲ ਹਉਂ ਮਜ਼ਬੂਤ ਹੋਵੇਗੀ, ਹੰਕਾਰ ਵਧੇਗਾ। ਕੁਦਰਤੀ ਹੈ, ਕਿੰਨਾ ਵੀ ਕੋਈ ਬਚਾਵੇ ਬਚਦਾ ਨਹੀਂ, ਸੁਭਾਵਿਕ ਹੀ ਵੱਧਦਾ ਹੈ ਹੰਕਾਰ। ਪੁਰਾਣੇ ਸਤਿਗੁਰਾਂ ਦੇ ਉਪਦੇਸ਼ ਪੜ੍ਹ ਕੇ ਗਿਆਨ ਹਾਸਲ ਕਰਦੇ ਹਨ। ਪਰ ਜਿਹਦੇ ਕੋਲੋਂ ਤੁਸੀਂ ਸਾਹਮਣੇ ਹੀ ਬੈਠ ਕੇ ਹਾਸਲ ਕਰਦੇ ਹੋ, ਉਹਦੇ ਕੋਲ ਹਉਂ ਨਹੀਂ ਮਜ਼ਬੂਤ ਹੁੰਦੀ ਹੈ, ਕਿਉਂਕਿ ਉਹ ਸਾਹਮਣੇ ਹੈ। ਅਤੇ ਉਹ ਨਾਲ ਨਾਲ ਮਟਾਉਂਦਾ ਹੈ, ਗਿਆਨ ਵਧਾਉਂਦਾ ਨਹੀਂ ਹੈ। ਉਹ ਹੰਕਾਰ ਨਹੀਂ ਵਧਾਉਂਦਾ ਹੈ, ਨਾਲ ਨਾਲ ਚੋਟ ਵੀ ਕਰਦਾ ਰਹਿੰਦਾ ਹੈ ਨਾ। ਅਤੇ ਉਸ ਗਿਆਨ ਨੂੰ ਤੋੜਦਾ ਵੀ ਰਹਿੰਦਾ ਹੈ, ਮਿਟਾਉਂਦਾ ਰਹਿੰਦਾ ਹੈ, ਅਤੇ ਸਹਿਜ ਹੁੰਦਾ ਹੈ। ਤਦੇ ਕਿਹਾ ਹੈ ਨਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ। ਗੁਰੂ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਨਹੀਂ ਕਿਹਾ ਹੈ, ਖਿਆਲ ਵਿੱਚ ਰੱਖਣਾ। ਉਪਦੇਸ਼ ਪੜ੍ਹ ਕੇ ਗਿਆਨ ਨਹੀਂ ਹੋਵੇ ਗੁਰੂ ਤੋਂ ਬਿਨਾਂ, ਅਤੇ ਗੁਰੂ ਗਿਆਨ ਕਰਾਉਂਦਾ ਨਹੀਂ ਹੈ। ਐਸਾ ਨਹੀਂ ਮੈਂ ਕਹਿ ਰਿਹਾ ਹਾਂ ਵੀ ਮੈਂ ਗੁਰੂ ਹਾਂ ਅਤੇ ਮੈਂ ਤੁਹਾਨੂੰ ਗਿਆਨ ਦੇਣਾ ਹੈ, ਨਹੀਂ। ਤੁਸੀਂ ਜਦੋਂ ਪਾਤਰ ਹੋ ਜਾਂਦੇ ਹੋ ਨਾ, ਪੂਰੇ ਦੇ ਪੂਰੇ ਬਣ ਜਾਂਦੇ ਹੋ, ਉਦੋਂ ਆਪਣੇ ਆਪ ਹੀ ਉਹ ਪਰਮਾਤਮਾ ਵੱਲੋਂ ਹੀ ਕਿਰਪਾ ਹੁੰਦੀ ਹੈ। ਖਿਆਲ ਵਿੱਚ ਰੱਖਣਾ। ਮੈਂ ਤਾਂ ਕੁਝ ਵੀ ਨਹੀਂ ਹਾਂ, ਮੈਂ ਗੁਰੂ ਥੋੜ੍ਹੀ ਹਾਂ। ਗੁਰੂ ਕੋਈ ਗੁਰੂ ਨਹੀਂ ਬਣਦਾ ਹੈ, ਨਹੀਂ। ਜਿਹੜੇ ਉਪਦੇਸ਼ ਲੈਂਦੇ ਹਨ, ਅਤੇ ਉਪਦੇਸ਼ ਲੈ ਕੇ ਭਾਵਨਾ ਕਰਕੇ ਪਾਤਰ ਹੋ ਕੇ ਹਨੇਰੇ ਤੋਂ ਪ੍ਰਕਾਸ਼ ਵੱਲੋਂ ਆਉਂਦੇ ਹਨ, ਪਰਮਾਤਮਾ ਵੱਲੋਂ ਆਉਂਦੇ ਹਨ, ਉਹ ਕਹਿੰਦੇ ਹਨ ਗੁਰੂ। ਉਹ ਬਣਾਉਂਦੇ ਹਨ ਗੁਰੂ। ਆਪਣੇ ਆਪ ਕੋਈ ਗੁਰੂ ਥੋੜ੍ਹੀ ਆ। ਹੁਣ ਕੋਈ ਸ਼ਿਸ਼ ਹੀ ਨਾ ਹੋਵੇ ਤਾਂ ਗੁਰੂ ਕਿਵੇਂ ਹੋ ਜਾਊਗਾ? ਸ਼ਿਸ਼ ਬਣਾਉਂਦੇ ਹਨ, ਅਤੇ ਗੁਰੂ ਆਪਣੇ ਆਪ ਥੋੜ੍ਹੀ ਹੁੰਦਾ। ਅਤੇ ਮੈਂ ਕੋਈ ਗੁਰੂ ਥੋੜ੍ਹੀ ਆ, ਮੈਂ ਇਸੇ ਕਰਕੇ ਕਹਿੰਦਾ ਵੀ ਨਹੀਂ ਹਾਂ ਗੁਰੂ। ਮੈਂ ਤਾਂ ਆਮ ਸਧਾਰਨ ਆਦਮੀ ਹਾਂ, ਅਤੇ ਇੱਕ ਸਹਾਰਾ ਹੈ ਸਿਰਫ ਪਰਮਾਤਮਾ ਨਾਲ ਜੁੜਨ ਵਾਸਤੇ। ਤੁਸੀਂ ਸਹਾਰਾ ਲਓ। ਮੈਂ ਨੂੰ ਛੱਡਣ ਵਾਸਤੇ ਸਹਾਰਾ, ਹਉਂ ਨੂੰ ਛੱਡਣ ਵਾਸਤੇ, ਮਨ ਨੂੰ ਛੱਡਣ ਵਾਸਤੇ, ਜਾਂ ਗਿਆਨ ਪ੍ਰਾਪਤ ਕਰਨ ਵਾਸਤੇ। ਤੁਸੀਂ ਜਿੰਨਾ ਵਿਨਮਰ ਹੁੰਦੇ ਜਾਓਗੇ, ਓਨਾ ਹੀ ਪਾਤਰ ਬਣਦੇ ਜਾਓਗੇ, ਅਤੇ ਤੁਹਾਨੂੰ ਸਮਝ ਵਿੱਚ ਆਉਂਦੀ ਜਾਵੇਗੀ ਗੱਲ। ਧੀਰੇ ਧੀਰੇ ਤੁਸੀਂ ਹਟਦੇ ਜਾਓਗੇ ਸੰਸਾਰ ਨਾਲ,
ਟੁੱਟਦੇ ਜਾਓਗੇ ਅਤੇ ਆਪਣੇ ਆਪ ਹੀ ਹੰਕਾਰ ਵੀ ਮਿਟਦਾ ਜਾਵੇਗਾ, ਜਿਵੇਂ ਨੇ ਲਿਖਿਆ ਹੈ ਹਉਮੈ। ਅਤੇ ਥੱਲੇ ਲਿਖਿਆ ਹੈ ਨਾ ਵੀ ਅਸੀਂ ਪਰਮਾਤਮਾ ਦੇ ਅੰਸ਼ ਹੀ ਹਾਂ, ਮਿਲਾਂਗੇ ਨਹੀਂ। ਇਹ ਤੁਹਾਡੇ ਵੱਲੋਂ ਹੈ, ਤੁਸੀਂ ਐਸਾ ਕਹਿੰਦੇ ਹੋ, ਅਤੇ ਉਪਦੇਸ਼ ਵੀ ਐਸੇ ਹੀ ਦਿੱਤੇ ਜਾਂਦੇ ਹਨ ਜੋ ਤੁਸੀਂ ਸਮਝ ਸਕਦੇ ਹੋ ਵੀ ਤੁਸੀਂ ਪਰਮਾਤਮਾ ਦੇ ਅੰਸ਼ ਹੋ, ਪਰਮਾਤਮਾ ਨੂੰ ਮਿਲਣਾ ਹੈ। ਕਿਉਂਕਿ ਤੁਸੀਂ ਬਾਹਰ ਹੋ, ਸੰਸਾਰ 'ਚ ਹੋ, ਦਵੈਤ ਦੇਖ ਰਹੇ ਹੋ। ਦਵੈਤ ਦੇ ਤਲ 'ਤੇ ਦੋ ਗੱਲਾਂ ਕਹੀਆਂ ਜਾਂਦੀਆਂ, ਅੰਸ਼ ਹੋ ਅਤੇ ਅੰਸ਼ੀ ਨੂੰ ਮਿਲਣਾ ਹੈ। ਪਰ ਇੱਧਰ ਐਸਾ ਨਹੀਂ ਦੇਖਿਆ ਜਾਂਦਾ। ਇੱਧਰ ਦੇਖਿਆ ਜਾ ਰਿਹਾ ਹੈ ਵੀ ਸਭ ਇੱਕ ਹੀ ਹੈ। ਏਕੋ ਏਕ ਏਕ ਹਰਿ ਆਪ, ਅਨਕ ਜੁਗਤ ਰਜ ਥਾਪ ਥਾਪ, ਅਬਨਾਸ਼ੀ ਨਾਇ ਕਛ ਖੰਡ ਧਾਰਨ ਧਾਰ ਰਹਿਓ ਬ੍ਰਹਮੰਡ। ਇੱਕੋ ਹੀ। ਸਿਰਫ ਤੁਸੀਂ ਸੁਪਨਾ ਦੇਖ ਰਹੇ ਹੋ ਸੰਸਾਰ ਦਾ, ਅਤੇ ਜਨਮ ਤੋਂ ਹੀ ਦੇਖ ਰਹੇ ਹੋ, ਅਤੇ ਇਸ ਕਰਕੇ ਤੁਸੀਂ ਸੁਪਨੇ ਦੇ ਵਿੱਚ ਉਲਝ ਗਏ, ਅਤੇ ਤੁਹਾਨੂੰ ਜਗਾਉਣਾ ਹੈ ਤਾਂ ਉਹ ਹੀ। ਜਿਵੇਂ ਕਿਹਾ ਹੈ ਨਾ ਰਵਿਦਾਸ ਜੀ ਨੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਰਛੁਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਕਹਿੰਦੇ ਜਿਵੇਂ ਸਮਰਾਟ ਇੱਕ ਸਿੰਘਾਸਨ 'ਤੇ ਸੁੱਤਾ ਹੋਇਆ ਆਪਣੇ, ਅਤੇ ਭਿਖਾਰੀ ਹੋ ਗਿਆ ਸੁਪਨੇ 'ਚ। ਹੋਇਆ ਥੋੜ੍ਹੀ ਹੈ ਤੇ ਆਪਣੇ ਸਿੰਘਾਸਨ 'ਤੇ ਹੀ, ਪਰ ਸੁਪਨੇ 'ਚ ਹੋ ਗਿਆ, ਤੋ ਭੀਖ ਮੰਗ ਰਿਹਾ ਹੈ। ਉਹ ਹਾਲਤ ਕਹਿੰਦੇ ਹੈ ਸਾਰਿਆਂ ਦੀ। ਭਿਖਾਰੀ ਹੋ ਗਏ ਹਨ ਸੋਚ ਸੋਚ ਕੇ ਸੰਸਾਰ ਨੂੰ, ਅਤੇ ਸਭ ਭੀਖ ਮੰਗ ਰਹੇ। ਹੁਣ ਉਹ ਸਮਰਾਟ ਜਿਹੜਾ ਸੁੱਤਾ ਹੋਇਆ ਸਿੰਘਾਸਨ 'ਤੇ, ਅਗਰ ਉਹਨੂੰ ਜਾਗ ਨਾ ਆਵੇ, ਸੁਪਨਾ ਹੀ ਚੱਲਦਾ ਰਹੇ ਸਾਰੀ ਜ਼ਿੰਦਗੀ, ਤਾਂ ਸਾਰੀ ਜ਼ਿੰਦਗੀ ਭਿਖਾਰੀ ਬਣਿਆ ਰਹੇਗਾ। ਉਹਨੂੰ ਪਤਾ ਥੋੜ੍ਹੀ ਲੱਗੇਗਾ ਮੈਂ ਸਮਰਾਟ। ਸਮਰਾਟ 'ਤੇ ਜਾਗ ਕੇ ਪਤਾ ਲੱਗੇਗਾ ਨਾ ਮੈਂ ਸਮਰਾਟ। ਅਤੇ ਸਤਿਪੁਰਖ ਜਗਾਉਂਦੇ ਹਨ। ਨੀਂਦ ਤੋਂ ਉਹ ਕਹਿੰਦੇ ਹਨ ਜਾਗ ਕੇ ਦੇਖੋ, ਆਪਾਂ ਸਾਰੇ ਇੱਕੋ ਹੀ ਹਾਂ। ਪਰ ਜਦੋਂ ਜਾਗੋਗੇ ਤਾਂ ਪਤਾ ਲੱਗੇਗਾ। ਇਸ ਕਰਕੇ ਉਹ ਚੋਟ ਕਰਦੇ ਹਨ, ਸਮਝਾਉਂਦੇ ਹਨ। ਸੁਪਨੇ ਨੂੰ ਸੁਪਨਾ ਕਹਿੰਦੇ ਹਨ, ਝੂਠ ਕਹਿੰਦੇ ਹਨ, ਵਿਅਰਥ ਕਹਿੰਦੇ ਹਨ, ਤਾਂ ਕਿ ਤੁਸੀਂ ਸੁਪਨੇ ਨੂੰ ਛੱਡ ਸਕੋ ਅਤੇ ਜਾਗਣ ਵੱਲ ਆ ਸਕੋ। ਜਿੰਨਾ ਜਿੰਨਾ ਤੁਸੀਂ ਸੁਪਨੇ ਨੂੰ ਛੱਡੀ ਜਾਓਗੇ, ਸੁਪਨਾ ਪ੍ਰਤੀਤ ਹੁੰਦਾ ਰਹੇਗਾ ਵੀ ਇਹ ਝੂਠ ਹੈ, ਕਾਹਨੂੰ ਪਕੜਿਆ ਹੋਇਆ, ਇਹ ਤਾਂ ਜੰਜਾਲ ਹੀ ਮਿਟ ਰਿਹਾ ਨਾਲੇ ਦੇਖੋ, ਅਤੇ ਕਾਹਨੂੰ ਉਲਝ ਰਹੇ ਆ। ਅਤੇ ਜਿੰਨਾ ਜਿੰਨਾ ਤੁਸੀਂ ਸੁਪਨੇ ਨੂੰ ਛੱਡਦੇ ਜਾਓਗੇ, ਉਹਨਾਂ ਜਾਗਰਣ ਵਾਲੇ ਪਾਸੇ ਨੂੰ ਆਓਗੇ। ਫਿਰ ਕਈ ਸੁਪਨੇ ਨੂੰ ਬਾਹਰ ਸੰਸਾਰ ਨੂੰ ਛੱਡ ਕੇ ਆਪਣੀ ਬੁੱਧੀ ਨੂੰ ਪਕੜ ਲੈਂਦੇ ਹਨ, ਸਮਝ ਨੂੰ ਪਕੜ ਲੈਂਦੇ, ਗਿਆਨ ਨੂੰ ਪਕੜ ਲੈਂਦੇ। ਉਹਨਾਂ 'ਤੇ ਫਿਰ ਚੋਟ ਕਰਨੀ ਪੈਂਦੀ ਵੀ ਹਾਂ ਤੁਸੀਂ ਜ਼ਿਆਦਾ ਵੱਡੀ ਮੂਰਖਤਾ ਹੀ ਕਰ ਰਹੇ ਹੋ, ਵੀ ਸਮਝਦਾਰੀ ਨੂੰ ਪਕੜ ਲਿਆ, ਗਿਆਨ ਨੂੰ ਪਕੜ ਲਿਆ। ਅਤੇ ਜਿਹੜਾ ਗਿਆਨ ਨੂੰ ਪਕੜ ਲਵੇਗਾ ਬਾਹਰ, ਤਾਂ ਉਹਦੇ ਅੰਦਰ ਵੀ ਉਹ ਹੰਕਾਰ ਦੀ ਮੈਲ, ਜਿਵੇਂ ਹਉਮਾ ਜ਼ਿਆਦਾ ਵਧੇਗਾ। ਅਤੇ ਉਹ ਹੰਕਾਰ ਕਰਕੇ ਵਿਚਾਰ ਚੱਲਦੇ ਰਹਿਣਗੇ। ਅਤੇ ਗਿਆਨ ਦੇ ਮਾਰਗ 'ਤੇ ਅਗਰ ਕੋਈ ਬਾਹਰੋਂ ਲੈ ਕੇ ਗਿਆਨ ਚੱਲ ਰਿਹਾ ਹੈ, ਤਾਂ ਉਹਦਾ ਖਤਰਾ ਜ਼ਿਆਦਾ ਹੈ ਭਟਕਣ ਦਾ। ਜ਼ਿਆਦਾ ਭਟਕਦੇ ਹਨ ਲੋਕ। ਪਰ ਇਸ ਭਾਵਨਾ ਦੇ ਮਾਰਗ 'ਤੇ, ਸ਼ਰਧਾ ਦੇ ਮਾਰਗ 'ਤੇ, ਜਾਂ ਕਹਿ ਲਈਏ ਕਿਰਪਾ ਦੇ ਮਾਰਗ 'ਤੇ ਸਹਿਜ ਹੈ। ਅਤੇ ਗਿਆਨ ਪਾਉਣ ਦੀ ਵੀ ਕੋਈ ਕਾਹਲੀ ਨਹੀਂ ਕਰਨੀ ਹੈ ਵੀ ਗਿਆਨ ਹੋ ਜਾਵੇ।
ਵੀ ਸੋਚ ਕੇ ਵਿਚਾਰ ਕੇ ਸਮਝ ਕੇ ਅਸੀਂ ਇਹਨਾਂ ਦੇ ਸ਼ਬਦਾਂ ਨੂੰ ਗਿਆਨ ਹਾਸਲ ਕਰਨਾ ਹੈ। ਐਸਾ ਨਹੀਂ, ਸਿਰਫ ਸੁਣਨਾ ਹੈ ਭਾਵਨਾ ਨਾਲ ਤੇ ਉੱਤੇ ਥੋੜ੍ਹਾ ਅਮਲ ਕਰਨਾ ਹੈ। ਗਿਆਨ ਵਿਚਾਰ ਕੇ ਨਹੀਂ ਹੋਵੇਗਾ, ਫਿਰ ਖਿਆਲ ਵਿੱਚ ਰੱਖਿਓ, ਇਹ ਸ਼ਬਦਾਂ ਨੂੰ ਸੁਣ ਕੇ ਵਿਚਾਰ ਕੇ ਸਮਝ ਕੇ ਨਹੀਂ ਹੋਵੇਗਾ। ਸਿਰਫ ਸੁਣ ਕੇ ਤੇ ਉਹ ਅਮਲ ਕਰਕੇ ਆਪਣੇ ਆਪ ਹੀ ਤੁਹਾਨੂੰ ਅੰਦਰੋਂ ਗਿਆਨ ਹੁੰਦਾ ਰਹੇ। ਗਿਆਨ ਦਾ ਮਤਲਬ ਹੁੰਦਾ ਹੈ ਤੁਹਾਨੂੰ ਵਾਸਤਵਿਕਤਾ ਦਾ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ, ਕੀ ਸੱਚ ਹੈ ਕੀ ਝੂਠ ਹੈ। ਵਿਵੇਕ ਬੁੱਧੀ ਜਾਗਣ ਲੱਗ ਜਾਊ। ਕਹਿੰਦੇ ਨਾ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਤੁਸੀਂ ਹਾਰ ਕੇ ਜਦੋਂ ਡਿੱਗ ਪਏ, ਅਸੀਂ ਵਿਚਾਰ ਕੇ ਸਮਝ ਕੇ ਸੋਚ ਕੇ ਦੇਖ ਲਿਆ, ਨਹੀਂ ਗੱਲ ਬਣਦੀ, ਬਹੁਤ ਕੋਸ਼ਿਸ਼ ਕਰ ਲਈ ਤੇ ਤੁਸੀਂ ਹਾਰ ਕੇ ਡਿੱਗ ਪਏ। ਵੀ ਆ ਲਓ, ਹੁਣ ਤੁਸੀਂ ਸੰਭਾਲੋ ਇਸ ਬੁੱਧੀ ਨੂੰ, ਇਸ ਮੱਤ ਨੂੰ। ਤੇ ਮੱਤ ਆਪਣੀ ਰੱਖ ਦਿੱਤੀ ਇੱਕ ਪਾਸੇ ਤੇ ਗੁਰਮਤ ਲੈਣੀ ਸ਼ੁਰੂ ਕਰ ਦਿੱਤੀ, ਤੇ ਗਿਆਨ ਆਪਣੇ ਆਪ ਹੀ ਹੋਣ ਲੱਗ ਜਾਣਾ ਹੈ। ਤੁਹਾਨੂੰ ਆਪਣੇ ਆਪ ਹੀ ਸੋਝੀ ਹੋਣ ਲੱਗ ਜਾਣੀ, ਤੇ ਸੱਤ ਦਾ ਪਤਾ ਲੱਗਣ ਲੱਗ ਪਿਆ ਤੁਹਾਨੂੰ ਵੀ ਆਹ ਮਨ ਹੈ, ਆਹ ਸੱਤ ਹੈ। ਜਿਵੇਂ ਜਗਮੋਹਨ ਸਿੰਘ ਨੇ ਲਿਖਿਆ ਹੋਇਆ ਹੈ ਵੀ ਜੜ੍ਹਾਂ ਕਿੱਥੇ ਜੁੜੀਆਂ ਹੋਈਆਂ ਹਨ ਸੰਸਾਰ 'ਚ, ਪਤਾ ਲੱਗ ਰਿਹਾ ਹੈ। ਹੁਣ ਜਿਹਨੂੰ ਜੜ੍ਹਾਂ ਦਾ ਪਤਾ ਲੱਗਣ ਲੱਗ ਪਿਆ ਜੁੜੀਆਂ ਹੋਈਆਂ ਸੰਸਾਰ, ਵੀ ਜੜ੍ਹਾਂ ਪੱਟਣੀਆਂ ਹਨ, ਇਹਦਾ ਕਰਕੇ ਮਨ ਹਰਿਆ ਹੈ, ਜੀਂਦਾ ਹੈ, ਅਤੇ ਉਹ ਪੱਟੇ ਗਏ ਨਾ ਹੌਲੀ ਹੌਲੀ। ਅਤੇ ਸੁਣ ਕੇ ਤੁਹਾਨੂੰ ਪਤਾ ਲੱਗੇਗਾ ਵਾਸਤਵਿਕ ਦੇ ਵਿੱਚ ਕਿੱਥੇ ਜੁੜੇ ਹੋਏ ਆ, ਕਿਵੇਂ ਜੋੜ ਹਟਾਉਣਾ ਹੈ। ਅਤੇ ਸਹਿਜਤਾ ਦੇ ਨਾਲ ਹੋਵੇਗਾ। ਗੁਰ ਕਿਰਪਾ ਜਹ ਨਰ ਕੋ ਕੀਨੀ, ਤੇ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਨੀ।